गुड मॉर्निंग एवरीवन। चैप्टर अपना चल रहा सी सैमीकंडक्टर वाला। ठीक है, तो उसे ਨੂੰ ਕੰਟੀਨਿਊ ਕਰਾਂਗੇ ਆਪਾਂ। ਉਸ ਦਾ ਆਪਾਂ ਸੈਕਿੰਡ ਪਾਰਟ ਹੈ ਉਨकी ਜੋ ਲਾਸਟ ਕਲਾਸ ਚ ਆਪਾਂ ਨੇ ਕੀਤਾ ਸੀ ਉਹ ਸਮਝ ਲਓ ਈਜ਼ੀ ਹੈ, ਔਖਾ ਨਹੀਂ। ਥਿਊਰੀ ਲੈਂਦੀ ਸੀ ਕਿ ਜਿਸ ਮੂਵਮੈਂਟ ਤੇ ਸਿਲੀਕੋਨ ਐਟਮ ਇੱਕ ਦੂਜੇ ਦੇ ਨੇੜੇ ਲੈ ਕੇ ਆਉਂਦੇ ਆਪਾਂ ਤਾਂ ਉਸ ਮੂਵਮੈਂਟ ਤੇ ਉਸ ਦੀ એનર્ਜੀ ਚ ਕਿਵੇਂ ਚੇਂਜ ਹੁੰਦਾ ਤਾਂ ਆਪਣੇ ਕੋਲ ਸਿਲੀਕੋਨ ਦੀ ਜਿਹੜੀ ਕਨਫੀਗਰੇਸ਼ਨ ਹੁੰਦੀ ਹੈ ਦੈਟ ਇਜ਼ 14 ਐਟੋਮਿਕ ਨੰਬਰ। ਤਾਂ ਆਪਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ 2 8 4। ਤਾਂ ਜਿਹੜੇ ਆਊਟਰ ਮੋਸਟ ਇਲੈਕਟ੍ਰੋਨਸ ਹੁੰਦੇ ਨੇ ਸਿਰਫ ਉਹੀ ਕੰਟਰੀਬਿਊਟ ਕਰਦੇ ਨੇ ਹਰੇਕ ਟਾਈਪ ਦੇ ਚੇਂਜ ਦੇ ਵਿੱਚ, ਹਰੇਕ ਟਾਈਪ ਦੇ ਰਿਐਕਸ਼ਨ ਦੇ ਵਿੱਚ। ਜਿਹੜੇ ਇਨਰ ਇਲੈਕਟ੍ਰੋਨ ਹੁੰਦੇ ਨੇ ਕੁਝ ਕੰਟਰੀਬਿਊਟ ਨਹੀਂ ਕਰਦੇ। ਠੀਕ ਹੈ, ਤਾਂ ਆਪਣੇ ਕੋਲ એનર્ਜੀ ਲੈਵਲਸ ਨੇ 1s2 2s2 2p6। फिर आ जाता 3s2 3p2 ਤੇ ਇੱਕ O ਹੈ। ਠੀਕ ਹੈ, ਇੱਕ ਪੁਆਇੰਟ A ਹੈ। ਜਦੋਂ ਦੋ ਐਟਮਸ ਦੇ ਵਿਚਕਾਰ O ਤੋਂ ਲੈ ਕੇ A ਤੱਕ ਦਾ ਡਿਸਟੈਂਸ ਹੈ ਤਾਂ ਲੈਟਸ ਸੇ ਆਹ ਵਾਲਾ ਡਿਸਟੈਂਸ ਹੈ। ਤਾਂ ਦੋਨਾਂ ਵਿੱਚ OA ਡਿਸਟੈਂਸ ਕਿੰਨਾ ਹੈਗਾ? ਜਦੋਂ ਇੱਕ ਦੂਜੇ ਤੋਂ ਐਟਮਸ ਕਾਫੀ ਦੂਰ ਨੇ, ਜਦੋਂ ਐਟਮਸ ਇੱਕ ਦੂਜੇ ਤੋਂ ਕਾਫੀ ਦੂਰ ਹੋਣਗੇ ਆਟੋਮੈਟਿਕਲੀ ਉਹ ਕੀ ਕਰਨਗੇ, ਉਹ ਇੱਕ ਦੂਜੇ ਨਾਲ ਕੋਈ ਇੰਟਰਫੇਅਰ ਨਹੀਂ ਕਰਨਗੇ, ਉਹਨਾਂ ਦੇ ਕੋਈ ਇਲੈਕਟ੍ਰੋਨਸ ਇੱਕ ਦੂਜੇ ਨਾਲ ਕੋਈ ਚੱਕਰ ਨਹੀਂ ਹੋਊਗਾ, ਜਿਸ ਨਾਲ ਉਹਨਾਂ ਦੀ ਜਿਹੜੀ એનર્ਜੀ ਹੋਊਗੀ, ਠੀਕ ਹੈ 3s 3p ਸਾਰੇ એનર્ਜੀ ਸੇਮ ਰਹੂਗੀ, ਕੋਈ ਵੀ એનર્ਜੀ ਦਾ ਫਰਕ ਨਹੀਂ ਪਊਗਾ s ਤੇ p ਵਾਲੇ 3 ਵਾਲੇ ਚ। ਠੀਕ ਹੈ, ਫਰਕ ਇੱਥੇ ਪਊਗਾ ਆਪਣੇ ਕੋਲ ਜਦੋਂ ਉਹਨਾਂ ਦਾ ਡਿਸਟੈਂਸ ਇੰਟਰ ਐਟੋਮਿਕ ਦੇ ਇਕੁਅਲ ਹੋਣ ਲੱਗੂਗਾ। ਲੈਟਸ ਸੇ ਆਹ ਵਾਲਾ ਡਿਸਟੈਂਸ ਜਦੋਂ ਇੱਕ ਦੂਜੇ ਨੂੰ ਟੱਚ ਕਰਨਾ ਸਟਾਰਟ ਕਰਨਗੇ ਤਾਂ ਉਸ ਡਿਸਟੈਂਸ ਨੂੰ ਆਪਾਂ ਕਹਿ ਦਾਂਗੇ OB। ਤਾਂ ਉਸ ਡਿਸਟੈਂਸ ਨੂੰ ਆਪਾਂ ਕਹਿ ਦਾਂਗੇ OB। ਤਾਂ ਆਪਣੇ ਕੋਲ ਆਹ ਡਿਸਟੈਂਸ OB ਆ ਗਿਆ। ਲੈਟਸ ਸੇ ਤਾਂ ਐ ਸਟਾਰਟ ਹੋਇਆ ਆਹ ਚੀਜ਼ ਗਈ ਤੇ ਵਿਚਕਾਰ ਜੇ ਆ ਜਾਊਗਾ EG। ਆਹ ਪੁਆਇੰਟ ਹੋ ਜਾਊਗਾ ਇੱਕ ਪੁਆਇੰਟ ਜਿਹੜਾ ਹੋ ਜਾਂਦਾ ਹੈਗਾ ਆਪਣੇ ਕੋਲ ਆਹ ਪੁਆਇੰਟ ਹੋ ਜਾਂਦਾ ਹੈ। ਦਿਸ ਇਜ਼ B, ਦਿਸ ਇਜ਼ C, ਦਿਸ ਇਜ਼ D। ਤਾਂ ਆਪਣੇ ਕੋਲ ਜਦੋਂ ਡਿਸਟੈਂਸ ਦੋਨਾਂ ਦੇ ਵਿਚਕਾਰ OB ਹੋ ਗਿਆ ਉਸ ਮੂਵਮੈਂਟ ਤੇ ਜਿਹੜੇ ਆਊਟਰ ਮੋਸਟ ਇਲੈਕਟ੍ਰੋਨ ਇੱਕ ਦੂਜੇ ਨੂੰ ਸਟ੍ਰਾਈਕ ਕਰਨਾ ਸਟਾਰਟ ਕਰ ਦੇਣਗੇ। ਜਿਸ ਮੂਵਮੈਂਟ ਤੇ ਉਹ ਇੱਕ ਦੂਜੇ ਨੂੰ ਸਟ੍ਰਾਈਕ ਕਰਨਾ ਸਟਾਰਟ ਕਰਨਗੇ ਉਸ ਟਾਈਮ ਉਹਨਾਂ ਦੀ એનર્ਜੀ ਕੀ ਹੋਊਗੀ, ਸ਼ਫਲਿੰਗ ਹੋਊਗੀ, ਜਿਸ ਨਾਲ ਉਹ ਅਨਪ੍ਰੈਡਿਕਟੇਬਲ એનર્ਜੀ ਲੈਣਗੇ, ਸਟੇਬਲ ਵੀ ਹੋਣਗੇ, ਅਨਸਟੇਬਲ ਵੀ ਹੋਣਗੇ, ਬਟ ਉਹ ਸਾਰਾ ਕੁਝ ਮਿਕਸ ਜਾ ਹੋਊਗਾ ਕਿਉਂਕਿ ਉਸ ਮੂਵਮੈਂਟ ਤੇ ਜਸਟ ਇੱਕ ਦੂਜੇ ਨੂੰ ਟੱਚ ਕਰਨਗੇ। ਠੀਕ ਹੈ, ਫਿਰ ਜਦੋਂ ਇਹ ਕਦ ਤੱਕ ਚੱਲੂ ਜਦ ਤੱਕ C ਹੁੰਦਾ ਹੈ, C ਤੋਂ ਲੈ ਕੇ B ਤੱਕ ਇਹੀ ਚੀਜ਼ ਚੱਲੂਗੀ। C ਚ ਆ ਜਾਊਗਾ ਤਾਂ ਉਹ ਇੱਕ ਦੂਜੇ ਦੇ ऑर्बिट्स ਦੇ ਵਿੱਚ ਰੋਟੇਟ ਹੋਣ ਲੱਗ ਜਾਣਗੇ। ਉਸ ਤੋਂ ਬਾਅਦ ਉਹਨਾਂ 'ਚ ਬੌਂਡ ਫੋਰਮ ਹੋ ਜਾਊਗਾ। ਧਿਆਨ ਨਾਲ ਦੇਖੋ ਇੱਥੇ, ਤਾਂ ਬੌਂਡ ਫਾਰਮ ਹੋ ਗਿਆ। ਜਿਹੜਾ ਇਹ ਬੌਂਡ ਫਾਰਮ ਹੋਇਆ ਹੈ ਇਹ ਕਿਹੜੇ ਡਿਸਟੈਂਸ ਤੇ ਆਇਆ? ਇਹ OD ਡਿਸਟੈਂਸ ਤੇ ਹੋਇਆ। ਮਤਲਬ ਜਦੋਂ ਇੱਕ ਦੂਜੇ ਦੇ ਕਾਫੀ ਜ਼ਿਆਦਾ ਕਲੋਜ਼ ਆ ਜਾਣਗੇ, ਠੀਕ ਹੈ, ਤਾਂ ਇਹ ਕਿਹੜਾ ਡਿਸਟੈਂਸ ਹੋ ਜੂ? ਇੰਟਰ ਐਟੋਮਿਕ ਡਿਸਟੈਂਸ। This distance is called inter-atomic distance between two atoms। ਇਸ particular condition ਦੇ ਉੱਤੇ ਜਿਹੜੀ એનર્ਜੀ ਲੈਵਲਸ ਹੋਣਗੇ ਉਹ ਦੋ ਪਾਰਟਸ 'ਚ ਡਿਵਾਈਡ ਹੋਣਗੇ। ਇੱਕ ਹੋ ਜੂ ਆਪਣੇ ਕੋਲ ਵੈਲੈਂਸ ਬੈਂਡ એનર્ਜੀ ਲੈਵਲ ਬੌਂਡਡ ਸਟੇਟ ਵਾਲਾ ਵੈਲੈਂਸ ਬੈਂਡ એનર્ਜੀ, ਤੇ ਇੱਕ ਆਪਣੇ ਕੋਲ ਹੋ ਜੂਗਾ ਕੰਡਕਸ਼ਨ ਬੈਂਡ એનર્ਜੀ। This is called conduction band energy, this is called valence band energy। ਕੰਡਕਸ਼ਨ ਬੈਂਡ એનર્ਜੀ ਤੇ ਉਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਗੈਪ ਹੋਊਗਾ ਉਸ ਨੂੰ ਆਪਾਂ ਕਹਾਂਗੇ EG। EG ਨੂੰ ਆਪਾਂ ਨੇਮ ਦੇਣਾ ਹੈਗਾ, this name is given as forbidden energy gap। forbidden energy gap, ਠੀਕ ਹੈ। EG ਆਪਣੇ ਕੋਲ ਦੋਨਾਂ ਬੈਂਡਸ ਦੇ ਵਿਚਕਾਰਲਾ एनर्जी डिफरेंस है, दैट इज वैलेंस बैंड एनर्जी ਤੇ ਕੰਡਕਸ਼ਨ ਬੈਂਡ એનર્ਜੀ ਦੇ ਵਿਚਕਾਰ। ਪੁਆਇੰਟ ਕਲੀਅਰ? ਤਾਂ ਹੁਣ ਹੋਇਆ ਕੀ ਕਿ ਜਦੋਂ ਐਟਮਸ ਇੱਕ ਦੂਜੇ ਨਾਲ ਜੁੜ ਕੇ ਬੌਂਡ ਬਣਾ ਲਿਆ ਉਸ ਮੂਵਮੈਂਟ ਤੇ ਉਹਨਾਂ ਦੇ ਜਿਹੜੇ ਇਲੈਕਟ੍ਰੋਨਸ ਨੇ ਉਹ ਸਟੇਬਲ ਹੋ ਗਏ। ਸਟੇਬਲ ਹੋ ਕੇ ਤੇ એનર્ਜੀ ਘਟ ਗਈ। એનર્ਜੀ ਘਟ ਗਈ ਤਾਂ ਕਿੰਨੀ એનર્ਜੀ ਹੋਊਗੀ ਉਹਨਾਂ ਦੀ? ਵੈਲੈਂਸ ਬੈਂਡ એનર્ਜੀ ਦੇ ਵਿੱਚ ਲਾਈ ਕਰੂਗੀ। ਹੁਣ ਜਦੋਂ ਆਪਾਂ ਸਿਲੀਕੋਨ ਐਟਮ ਦੇ ਕੋਵਲੈਂਟ ਬੌਂਡਿੰਗ ਨੂੰ ਜੇਤੂ ਹਲਕੀ ਜਿਹੀ ਹੀਟ ਦੇਵਾਂਗੇ, ਠੀਕ ਹੈ, ਉਸ ਮੂਵਮੈਂਟ ਤੇ ਬੌਂਡ ਟੁੱਟ ਗਈ। ਬੌਂਡ ਟੁੱਟ ਕੇ ਕੀ ਹੋਊਗਾ? ਇਲੈਕਟ੍ਰੋਨ ਜਿਹੜੇ ਨੇ ਰਸਤੇ 'ਚ ਆ ਜਾਣਗੇ ਐਵੇਂ ਵੇਕੈਂਟ ਸਪੇਸਿਸ ਦੀ ਜਗ੍ਹਾ ਤੇ ਐਵੇਂ ਰੈਂਡਮਲੀ ਮੂਵ ਕਰਨਗੇ। ਜਦੋਂ ਉਹ ਰੈਂਡਮਲੀ ਮੂਵ ਕਰਨਗੇ ਉਹਨਾਂ ਦੀ એનર્ਜੀ ਹੋਊਗੀ ਜ਼ਿਆਦਾ। ਉਹਨਾਂ ਦੀ એનર્ਜੀ ਜ਼ਿਆਦਾ ਕਿੰਨੀ ਹੋਊਗੀ? ਜਿੰਨੀ ਉਹਨਾਂ ਦੀ ਪਹਿਲਾਂ એનર્ਜੀ ਸੀ ਬੌਂਡਿੰਗ ਦੇ ਵਿੱਚ ਪਲੱਸ ਜਿੰਨੀ ਉਹਨਾਂ ਨੂੰ ਹੀਟ ਦਿੱਤੀ। ਤਾਂ ਕਿੰਨੀ એનર્ਜੀ ਆਪਾਂ ਨੇ ਸਪਲਾਈ ਕੀਤੀ ਹੈ ਸੋ ਦੈਟ ਜਿਹੜੇ ਇਲੈਕਟ੍ਰੋਨਸ ਨੇ ਉਹ ਬੌਂਡ ਤੋੜ ਦੇਣ, ਉਸ એનર્ਜੀ ਨੂੰ ਆਪਾਂ ਕਹਾਂਗੇ EG। ਠੀਕ ਹੈ, ਤਾਂ ਉਹਦਾ ਟੋਟਲ એનર્ਜੀ ਕਿੰਨੀ ਹੋ ਜੂਗੀ?
थोड़ी बढ़ चुकी कितनी हो जाएगी कंडक्शन बैंड एनर्जी चलाई करो मतलब ਜਦੋਂ ਇਲੈਕਟ੍ਰॉन्स बॉन्डेड स्टेट ਚ ਨੇ ठीक है बॉन्डिंग ਬਣਾਈ ਹੋਈ ਹੈ ਉਸ ਮੂਵਮੈਂਟ ਤੇ ਉਹਨਾਂ ਦੇ એનર્ਜੀ ਕਿੱਥੇ ਹੋਊਗੀ ਵੈਲੈਂਸ ਬੈਂਡ એનર્ਜੀ ਲੈਵਲ ਦੇ ਵਿਚਕਾਰ ਹੋਊਗੀ ਜਦੋਂ ਉਹਨਾਂ ਨੂੰ ਆਪਾਂ ਹੀਟ ਦੇ ਦਾਂਗੇ ਫੋਰਬਿਡਨ એનર્ਜੀ ਗੈਪ ਦੀ ਇਕੁਇਵਲੈਂਟ ਆਪਾਂ એનર્ਜੀ ਸਪਲਾਈ ਕਰਾਂਗੇ ਹੀਟ ਦੇ ਫਾਰਮੈਟ ਦੇ ਵਿੱਚ ਉਹ ਬੋਂਡ ਤੋੜ ਕੇ ਵੈਕੈਂਟ ਸਪੇਸਿਸ ਚ ਆ ਜਾਣਗੇ ਜਦੋਂ ਬੋਂਡ ਤੋੜ ਕੇ ਵੈਕੈਂਟ ਸਪੇਸਿਸ ਚ ਆਣਗੇ ਤਾਂ ਉਹ ਕੀ ਬਣ ਜੂ ਆਪਣੇ ਕੋਲ ਕੰਡਕਸ਼ਨ ਬੈਂਡ એનર્ਜੀ ਬਣ ਜੂ ਕਲੀਅਰ ਤੇ ਆਪਣੇ ਕੋਲ ਕੀ ਹੋ ਗਿਆ ਸਿਲੀਕੋਨ ਐਟਮ ਵਾਸਤੇ એનર્ਜੀ ਲੈਵਲ ਡਾਇਗਰਾਮਸ ਹੋਗੀ ਜਦੋਂ ਇਹਨਾਂ ਦੇ ਵਿਚਕਾਰ ਬੌਂਡਿੰਗ ਹੁੰਦੀ ਹੈ ਤੇ ਇਹ ਬੌਂਡਿੰਗ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਆਪਣੇ ਕੋਲ ਕੋਵਲੈਂਟ ਬੌਂਡਿੰਗ ਸਿੰਪਲ ਲਾਸਟ ਕਲਾਸ ਇੱਕ ਕੋਈ ਟੌਪਿਕ ਡਿਸਕਸ ਕੀਤਾ ਸੀਗਾ ਠੀਕ ਹੈ ਹੁਣ ਇਹਨਾਂ ਦੀ ਆਪਾਂ ਨੇ ਵਰਡਿੰਗਸ ਕਰਨੀਆਂ ਡੈਫੀਨੇਸ਼ਨਸ ਨੇ ਅੱਜ ਮੋਰ ਔਰ ਲੈਸ ਡੈਫੀਨੇਸ਼ਨਸ ਹੀ ਨੇ ਤਾਂ ਤੁਸੀਂ ਲਿਖਣੀਆਂ ਨੇ ਅਗੇਨ ਮੈਥਡ ਸੇਮ ਹੈ ਜੇ ਕੋਈ ਪਿੱਛੇ ਰਹਿ ਜਾਂਦਾ ਹੈ ਤਾਂ ਉਸਨੂੰ ਕੀ ਕਰੋ ਪੌਜ਼ ਕਰਕੇ ਵੀਡੀਓ ਨੂੰ ਫਿਰ ਨੋਟ ਕਰੋ ਠੀਕ ਹੈ ਤੇ ਪਹਿਲਾਂ ਥੋੜਾ ਜਿਹਾ ਸਾਫ਼ ਕਰੀਏ ਫਿਰ ਆਪਾਂ ਸਟਾਰਟ ਕਰੀਏ ਹੁਣ ਆਪਣੇ ਕੋਲ ਸਭ ਤੋਂ ਪਹਿਲੀ ਡੈਫੀਨੇਸ਼ਨ ਕੀ ਆਉਂਦੀ ਹੈ ਬੈਲੈਂਸ ਬੈਂਡ ਠੀਕ ਹੈ ਵੈਲੈਂਸ ਬੈਂਡ ਇਜ਼ ਦਾ ਫਰਸਟ ਡੈਫੀਨੇਸ਼ਨ ਵੀ ਹੈ ਤਾਂ ਇਹ ਕੀ ਬਣਦਾ ਹੈ ਉਹ ਬੈਂਡ ਹੈ ਜਿਸ ਦੀ એનર્ਜੀ ਘੱਟ ਹੁੰਦੀ ਹੈ ਸਟੇਟਮੈਂਟ ਲਿਖ ਲਓ ਇਟ ਇਜ਼ ਬੈਂਡ at lower energy level. It is a band at lower energy level. It is completely filled or partially empty. It is completely filled or partially empty क्योंकि ਜਿਹੜਾ lower band ਹੁੰਦਾ ਹੈ ਇਸ bonding state 'ਚ ਹੁੰਦੀ ਹੈ ਜਿਹੜੇ electrons ਹੁੰਦੇ ਨੇ bond ਬਣਾਇਆ ਹੁੰਦਾ ਉਸ time ਉਹਨਾਂ ਦੀ energy valence band ਦੇ ਵਿੱਚ ਹੁੰਦੀ ਹੈ ਠੀਕ ਹੈ ਤੇ ਇਹਨਾਂ ਨੂੰ ਜਾਂ ਤਾਂ ਆਪਾਂ completely fill ਹੈ ਜਾਂ partially empty ਹੈ ਤੇ ਜੇ ਉਹ ਇਲੈਕਟ੍ਰੋਨ ਵੈਲੈਂਸ ਬੈਂਡ ਦੇ ਵਿੱਚ ਨੇ ਤਾਂ ਉਹ ਕੀ ਕਰ ਰਹੇ ਨੇ ਬੌਂਡ ਬਣਾ ਰਹੇ ਨੇ ਤਾਂ ਉਹ ਕਿਸੇ ਵੀ ਟਾਈਪ ਦੀ ਕੰਡਕਸ਼ਨ ਨੂੰ ਕਰੰਟ ਦੀ ਮੂਵਮੈਂਟ ਨੂੰ ਕੰਟਰੀਬਿਊਟ ਨਹੀਂ ਕਰਨਗੇ ਇਲੈਕਟ੍ਰੋਨਸ ਇਨ ਦਿਸ band do not contribute to electric current ਤਾਂ ਇਲੈਕਟ੍ਰਿਕ ਕਰੰਟ ਨੂੰ ਕੰਟਰੀਬਿਊਟ ਉਹ ਨਹੀਂ ਕਰਦੇ ਠੀਕ ਹੈ ਸੈਕਿੰਡ ਆਪਣੇ ਕੋਲ ਕੀ ਬਣਦਾ ਫਿਰ ਜੇ ਇੱਕ ਵੈਲੈਂਸ ਤੇ ਇੱਕ ਹੋ ਜਾਊਗਾ ਕੰਡਕਸ਼ਨ ਬੈਂਡ ਤਾਂ ਕੰਡਕਸ਼ਨ ਬੈਂਡ ਕੀ ਹੁੰਦਾ ਹੈਗਾ ਜਿਹੜੇ ਬੈਂਡ ਦੀ એનર્ਜੀ ਹਾਈ ਹੁੰਦੀ ਹੈ ਠੀਕ ਹੈ ਜਦੋਂ ਬੌਂਡ ਟੁੱਟ ਕੇ ਇਲੈਕਟ੍ਰੋਨਸ ਅਪ ਚਲੇ ਜਾਂਦੇ ਨੇ ਤਾਂ ਉਹਨਾਂ ਦੀ એનર્ਜੀ ਵੱਧ ਜਾਂਦੀ ਹੈ ਤੇ ਉਹਨਾਂ ਦੀ એનર્ਜੀ ਕਿਸ ਚਲਾਈ ਜਾਂਦੀ ਹੈ ਕੰਡਕਸ਼ਨ ਬੈਂਡ ਦੇ ਵਿੱਚ ਇਟ ਇਜ਼ ਅ ਬੈਂਡ ਐਟ ਹਾਈ એનર્ਜੀ band at higher energy level. It is completely empty क्योंकि जे सारे बॉन्ड बने होंगे तो empty होगा और partially filled it is completely empty और partially filled ठीक है ਤੇ ਜਿਹੜੇ ਇਲੈਕਟ੍ਰੋਨ ਇਸ 'ਚ ਹੋਣਗੇ ਉਹ ਕੰਟਰੀਬਿਊਟ ਕਰਨਗੇ ਇਲੈਕਟ੍ਰੋਨ ਦੇ ਕਰੰਟ ਨੂੰ electrons in this band contribute to electric current electron in this band contribute to electric current simple ਫਿਰ ਦੋਨਾਂ ਦੇ ਵਿਚਕਾਰ ਜਿਹੜਾ ਗੈਪ ਹੁੰਦਾ that gap is called forbidden एनर्जी गैप सिंबल ਕੀ ਆ ਜਾਂਦਾ ਆਪਣੇ ਕੋਲ EG ठीक है ਤਾਂ ਕੀ ਹੁੰਦਾ the difference of energy between valence band and conduction band the difference of energy between valence band and conduction band is called forbidden energy gap ठीक है ਤਾਂ ਦੋਨਾਂ ਦੇ ਵਿਚਕਾਰ ਜਿਹੜਾ ਡਿਫਰੈਂਸ ਹੁੰਦਾ ਹੈ એનર્ਜੀ ਲੈਵਲ ਦਾ ਉਸ ਨੂੰ ਆਪਾਂ ਕਹਿੰਦੇ ਹਾਂ forbidden energy gap electrons
can never be found in this level, found in this level। ਹੁਣ ਪਿਛਲੇ ਵਾਲਾ ਰਿਪੀਟ ਕਰਨ ਦਾ ਰੀਜ਼ਨ ਵੀ ਇਹੀ ਸੀ ਕਿਉਂਕਿ ਜੇ ਪਿਛਲੇ ਵਾਲਾ ਡਿਸਕਸ ਕੀਤਾ ਤਾਂ ਹੀ ਉਹਨਾਂ ਦੀ ਡੈਫੀਨੇਸ਼ਨਸ ਹੋ ਰਹੀਆਂ ਨੇ। ਠੀਕ ਹੈ, ਸਿੰਪਲ ਹੈ, ਕੁਝ ਖਾਸ ਨਹੀਂ ਹੈ ਇਹ। ਤੇ ਫਿਰ ਆਪਣੇ ਕੋਲ ਹੈਡਿੰਗ ਆ ਜਾਂਦੀ ਹੈ। ਹੈਡਿੰਗ ਵੀ ਹੈ difference between conductors semiconductors and insulators on the basis of energy level diagrams। ਤੇ एनर्जी लेवल बेसिस डायग्राम ਦੇ ਉੱਤੇ ਆਪਾਂ ਨੇ ਡਿਫਰੈਂਸ ਕਰਨਾ ਹੈ ਕੰਡਕਟਰ ਇਨਸੂਲੇਟਰ ਐਂਡ ਸੈਮੀਕੰਡਕਟਰਸ ਦੇ ਵਿਚਕਾਰ। ਠੀਕ ਹੈ, ਸਭ ਤੋਂ ਪਹਿਲਾਂ ਕੀ ਆ ਜਾਓ ਆਪਣੇ ਕੋਲ, ਸਭ ਤੋਂ ਪਹਿਲਾਂ ਆ ਜਾਊਗਾ ਕੰਡਕਟਰਸ। ਸਿੰਪਲ ਡੈਫੀਨੇਸ਼ਨਸ ਨੇ, ਧਿਆਨ ਨਾਲ ਦੇਖੋ। ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ, ਕੰਡਕਟਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਇਲੈਕਟ੍ਰੋਨਸ ਨੇ ਅਵੇਲੇਬਲ ਹੁੰਦੇ ਨੇ, ਠੀਕ ਹੈ, ਆਲਰੇਡੀ ਕੰਡਕਸ਼ਨ ਬੈਂਡ ਦੇ ਵਿੱਚ ਅਵੇਲੇਬਲ ਹੁੰਦੇ ਨੇ, ਤੇ ਆਪਾਂ ਉਹਦੀ ਡਾਇਗਰਾਮ ਇਸ ਤਰੀਕੇ ਨਾਲ ਡਰਾ ਕਰ ਸਕਦੇ ਹਾਂ ਕਿ ਲੈਟਸ ਸੇ ਕੰਡਕਸ਼ਨ ਬੈਂਡ ਹੈ, ਤਾਂ ਜਿਹੜਾ ਵੈਲੈਂਸ ਬੈਂਡ ਹੋਊਗਾ ਉਹ ਵੀ ਨਾਲ ਹੀ ਹੋਊਗਾ। ਮਤਲਬ ਜਿਹੜੇ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਹੈ ਉਹ ਕੀ ਕਰ ਰਹੇ ਨੇ, ਓਵਰਲੈਪ ਕਰ ਰਹੇ ਨੇ। ਇਲੈਕਟ੍ਰੋਨਸ ਕਿਹਦੇ ਵਿੱਚ ਨੇ, ਵੈਲੈਂਸ ਦੇ ਵਿੱਚ ਵੀ ਨੇ, ਕੰਡਕਸ਼ਨ ਦੇ ਵਿੱਚ ਵੀ ਨੇ। ਦਿਸ ਇਜ਼ ਵੈਲੈਂਸ ਬੈਂਡ, that is conduction band। ਇਸ ਸਟੇਟਮੈਂਟ ਵੀ ਇਹੀ ਬਣਦੀ ਹੈ ਕਿ ਇਸ ਕੇਸ ਦੇ ਵਿੱਚ ਆਪਣੇ ਕੋਲ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਓਵਰਲੈਪ ਕਰਦੇ ਨੇ। ਠੀਕ ਹੈ, those materials in which electrons are already present in conduction band, ਤਾਂ ਹੀ ਉਹ ਕੰਡਕਟਰ ਕਰਦੇ ਨੇ। ਕੰਡਕਟ ਇਸ ਲਈ ਕਰਦੇ ਨੇ ਕਿਉਂਕਿ ਇਲੈਕਟ੍ਰੋਨਸ ਅਵੇਲੇਬਲ ਹੁੰਦੇ ਨੇ। ਠੀਕ ਹੈ, present in the conduction band, ਤਾਂ ਕੰਡਕਸ਼ਨ ਬੈਂਡ ਦੇ ਵਿੱਚ ਪਹਿਲਾਂ ਹੀ ਇਲੈਕਟ੍ਰੋਨਸ ਅਵੇਲੇਬਲ ਹੁੰਦੇ ਨੇ, ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ, ਔਰ ਵੈਲੈਂਸ ਬੈਂਡ, ਤਾਂ ਇਹ ਵਾਲੇ ਇਲੈਕਟ੍ਰੋਨ ਕੰਡਕਸ਼ਨ ਬੈਂਡ ਦੇ ਵਿੱਚ ਵੀ ਨੇ, ਇਹ ਵਾਲੇ ਇਲੈਕਟ੍ਰੋਨ ਵੈਲੈਂਸ ਬੈਂਡ ਦੇ ਵਿੱਚ ਵੀ ਨੇ, ਬਿਕੋਜ਼ ਦੋਨੇ ਓਵਰਲੈਪ ਕਰ ਰਹੇ ਨੇ। ਬਿਕੋਜ਼ ਜਾਂ ਔਰ ਵੈਲੈਂਸ ਬੈਂਡ and conduction band overlap with each other। ठीक है, सिंपल। या तो कंडक्शन बैंड वैलेंस बैंड ओवरलैप कर रहे हैं या फिर उन्होंने ਜਿਹੜੇ ਇਲੈਕਟ੍ਰੋਨਸ ਨੇ ਉਹ ਕਿੱਥੇ ਨੇ, ਉਹ ਕੰਡਕਸ਼ਨ ਬੈਂਡ ਦੇ ਵੈਲੈਂਸ ਬੈਂਡ ਦੋਨਾਂ ਦੇ ਵਿਚਕਾਰ ਅਵੇਲੇਬਲ ਨੇ। ਇਹ ਹੋ ਗਿਆ ਆਪਣੇ ਕੋਲ ਕੰਡਕਟਰਸ ਆ ਗਏ। ਫਿਰ ਹੋ ਜਾਂਦਾ ਇਨਸੂਲੇਟਰਸ। ਹੁਣ ਇਨਸੂਲੇਟਰ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਗੈਪ ਹੁੰਦਾ ਬਿਟਵੀਨ ਵੈਲੈਂਸ ਬੈਂਡ ਐਂਡ ਕੰਡਕਸ਼ਨ ਬੈਂਡ ਜ਼ਿਆਦਾ ਹੁੰਦਾ, ਉਹ ਇਲੈਕਟ੍ਰੋਨਸ ਜੰਪ ਕਰਨਾ ਔਖਾ ਹੈ, ਜਿਵੇਂ ਵੁੱਡ ਹੈ ਤਾਂ ਇਲੈਕਟ੍ਰੋਨ ਵੈਲੈਂਸ ਬੈਂਡ ਤੋੜ ਕੇ, ਬੌਂਡ ਨੂੰ ਤੋੜ ਕੇ ਕੰਡਕਸ਼ਨ ਬੈਂਡ ਦੇ ਵਿੱਚ ਐਂਟਰ ਕਰਨ ਦੀ ਪੋਸੀਬਿਲਿਟੀ ਨਹੀਂ ਹੁੰਦੀ, ਇਸ ਚੱਕਰ 'ਚ ਉਹ ਇਲੈਕਟ੍ਰਿਸਿਟੀ ਨੂੰ ਕੰਡਕਟ ਨਹੀਂ ਕਰਦੇ। ਤੇ ਇਹਦੀ ਡਾਇਗਰਾਮ ਕੀ ਬਣੂਗੀ ਆਪਣੇ ਕੋਲ, ਇੱਕ ਪਾਸੇ ਕੰਡਕਸ਼ਨ ਬੈਂਡ ਆ ਜਾਊਗਾ, ਇੱਕ ਪਾਸੇ ਵੈਲੈਂਸ ਬੈਂਡ ਹੋ ਜਾਊਗਾ। ਠੀਕ ਹੈ, ਇਲੈਕਟ੍ਰੋਨਸ ਕੀ ਹੋਣਗੇ, ਵੈਲੈਂਸ ਬੈਂਡ 'ਚ ਹੋਣਗੇ। ਆਹ ਵਾਲਾ ਕੀ ਹੋ ਜਾਊਗਾ, ਦਿਸ ਇਜ਼ ਕਾਲਡ ਫੋਰਬਿਡਨ ਐਨਰਜੀ ਗੈਪ, ਜਿਹਦੀ ਵੈਲਿਊ ਵਿਲ ਬੀ more than 3 ਇਲੈਕਟ੍ਰੋਨ ਵੋਲਟ। ਜੇ ਇਸ ਦੀ ਵੈਲਿਊ more than 3 ਇਲੈਕਟ੍ਰੋਨ ਵੋਲਟ ਹੋਊਗੀ ਤਾਂ ਇਸ 'ਚ
इलेक्ट्रॉन जंप करना औखा होगा। ठीक है, इलेक्ट्रॉन जंप करना औखा होगा तो जंप नहीं करेंगे, सिंपल। इंसुलेटर्स की लिखांगे, द एनर्जी गैप बिटवीन conduction band and valence band is more than 3 electron volt, is more than 3 electron volt. It is almost impossible to cross it. It is almost impossible for electron to jump from valence band to conduction band. वैलेंस बैंड टू कंडक्शन बैंड, जिस चक्कर च इंसुलेटर की करते ने इंसुलेट करते ने, कंडक्ट नहीं करते। कंडक्टर्स की करते ने कंडक्ट करते ने इलैक्ट्रिसिटी ਨੂੰ, बिकॉज ਉਹਨਾਂ ਦੇ ਵਿੱਚ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਓਵਰਲੈਪ ਕਰਦੇ ਨੇ। ਠੀਕ ਹੈ, ਸੈਮੀਕੰਡਕਟਰ ਚ ਕੀ ਹੁੰਦਾ ਹੈ, ਜਿਹੜਾ ਫੋਰਬਿਡਨ એનર્ਜੀ ਗੈਪ ਹੁੰਦਾ ਹੈ that is less than 3 ਇਲੈਕਟ੍ਰੋਨ ਵੋਲਟ, ਜਿਸ ਨੂੰ ਜੰਪ ਕਰਨਾ ਸੌਖਾ ਹੁੰਦਾ ਹੈ। ਜੇ ਜੰਪ ਕਰਨਾ ਸੌਖਾ ਹੈ ਤਾਂ ਉਹ ਕਦੀ ਕਦੀ ਹਲਕੀ ਜਿਹੀ ਹੀਟ ਲੈਣ ਤੇ ਜੰਪ ਕਰਕੇ ਕੰਡਕਸ਼ਨ ਬੈਂਡ ਚ पहुंच जाते हैं तो वो की करन लग जाते कंडक्ट करन लग जाते इलैक्ट्रिसिटी। ठीक है, थर्ड भी है सैमी कंडक्टर्स। हम सैमी कंडक्टर की गल कर रहे थे, इन्हां च जिहड़ा गैप होगा दैट विल बी लेस दैन 3 इलैक्ट्रॉन वोल्ट। तो आपने को हो गया वैलेंस बैंड, आपने को हो गया कनेक्शन बैंड, बॉन्डिंग स्टेट है, इलैक्ट्रॉन की एनर्जी है। जिहड़ा आ वाला एनर्जी गैप है दिस इज फॉरबिडन एनर्जी गैप, this forbidden energy gap is less than 3 electron volt। ठीक है, जिस नाल इसमें क्रॉस करना सौखा हो जाता है। सिंपल स्टेटमेंट भी सिमिलर जी बनूगी, स्टेटमेंट को ज़्यादा डिफरेंस नहीं है। वी हैव द एनर्जी गैप between valence band and conduction band, and जिहदा जिहड़ा पिछे रह रहा है तुसी पॉज करके नोट कर लो। ठीक है, and conduction band is less than 3 electron volt, only छड़ देने आपां few electrons can jump from valence band to conduction band by breaking the bonds, by breaking covalent bonds। ठीक है, ਤਾਂ ਥੋੜੀ ਜਿਹੀ ਇਲੈਕਟ੍ਰੋਨ ਨੇ ਜਿਹੜੇ ਬੌਂਡ ਤੋੜ ਕੇ ਵੈਲੈਂਸ ਤੋਂ ਕੰਡਕਸ਼ਨ ਦੇ ਵਿੱਚ ਐਂਟਰ ਕਰ ਸਕਦੇ ਨੇ। ਜਦੋਂ ਐਂਟਰ ਕਰਨਗੇ then they will contribute to the current flow in the circuit, in the conductor, in the semiconductor। conductor नहीं कहांगे, in the semiconductor। वर्ड भी देखो सेमी कंडक्टर मतलब हाफ कंडक्ट कर सकता है, कुछ लिमिट तक कंडक्ट कर सकता है। कोवलेंट बॉन्ड्स and they start or they contribute to the electric current, to the इलेक्ट्रिक करंट। ठीक है, हूँ फिर आपको स्टेटमेंट आती है, देख लो। एनर्जी गैप फॉर सिलिकॉन एटम, तो ये वास्ते एनर्जी गैप है 1.1 इलेक्ट्रॉन वोल्ट। ये चीज़ इज लेस देन 3 इलेक्ट्रॉन वोल्ट है ना सैमीकंडक्टर वास्ते। जे वो सैमीकंडक्टर अपने कोल सिलिकॉन एटम है then it is 1.1 इलेक्ट्रॉन वोल्ट। ठीक है, जे अपने कोल वो सैमीकंडक्टर जर्मेनियम एटम है then it is 0.72 इलेक्ट्रॉन वोल्ट। मतलब जे ਸੈਮੀਕੰਡਕਟਰ ਨੇ ਕੰਡਕਟਰ ਬਣਨਾ ਹੈ, ਸੈਮੀਕੰਡਕਟਰ ਨੇ ਇਨਸੂਲੇਟਰ ਤੋਂ ਕੰਡਕਟਰ ਬਣਨਾ ਹੈ, ਤਾਂ ਆਪਾਂ ਨੂੰ ਸਿਲੀਕੌਨ ਦੇ ਕੇਸ ਦੇ ਵਿੱਚ 1.1 ਇਲੈਕਟ੍ਰੋਨ ਵੋਲਟ એનર્ਜੀ ਸਪਲਾਈ ਕਰਨੀ ਪਊਗੀ।
ठीक है, बॉन्ड ब्रेक करने वास्ते। ਤੇ ਜੇ ਜਰਮੇਨੀਅਮ ਦੀ ਗੱਲ ਕਰਦੇ ਆ then we need to supply 0.72 electron volt energy for electron to break the bond and become conducting। तो conducting बनाना होगा तो 0.72 electron volt की energy supply करनी होगी। सिंपल। पॉज करके नोट कर लो चाहे, फिर उसके बाद अपने को आ जाएगा होल, इंट्रिंसिक सेमीकंडक्टर, एक्सट्रिंसिक सेमीकंडक्टर। ठीक है, आ वाली टर्म्स आएंगे सारी। The next heading we have सही नहीं चल रहा है, मैं नंबर सेट कर ले इसको। नेक्स्ट हेडिंग आपने को बन दी है फॉर्मेशन ऑफ होल। कौन सही चलने लगे। हेडिंग भी है फॉर्मेशन ऑफ होल। ठीक है, तो सब तो पहला तो बेसिस ऑफ कोवलेंट बॉन्डिंग होगी। ध्यान ਨਾਲ देखो, ये अपने को सिलिकॉन एटम है। सिलिकॉन एटम है, अपने को बॉन्डिंग पे ਨਾਲ ਤੁਸੀਂ ਡਾਇਗਰਾਮ ਡਰਾ ਕਰ ਸਕਦੇ ਹੋ, ਕਿਉਂਕਿ ਜਿਹੜੀ ਇਹਦੀ ਫਸਟ ਹੈਡਿੰਗ ਆਂਦੀ ਹੈ ਔਨ ਦਾ ਬੇਸਿਸ ਆਫ ਕੋਵਲੈਂਟ ਬੌਂਡਿੰਗ ਆਂਦੀ ਹੈ। ਫਸਟ ਹੈਡਿੰਗ ਆਂਦੀ ਹੈ ਔਨ ਦਾ ਬੇਸਿਸ ਆਫ ਕੋਵਲੈਂਟ ਬੌਂਡਸ। ਤਾਂ ਪਹਿਲਾਂ ਔਨ ਦਾ ਬੇਸਿਸ ਆਫ ਕੋਵਲੈਂਟ ਬੌਂਡਸ ਐਕਸਪਲੇਨ ਕਰਾਂਗੇ, ਫਿਰ ਔਨ ਦਾ ਬੇਸਿਸ ਆਫ એનર્ਜੀ ਥਿਊਰੀ ਕਰਾਂਗੇ। ਠੀਕ ਹੈ, ਤਾਂ ਸਮਝ ਲਓ ਇੱਥੇ ਆਪਣੇ ਕੋਲ ਇਲੈਕਟ੍ਰॉन्स ਨੇ ਬੌਂਡਸ ਦੇ ਵਿਚਕਾਰ। ਆ ਇਲੈਕਟ੍ਰॉन ਹੈ, ਆ ਇਲੈਕਟ੍ਰॉन ਹੈ, ਆ ਇਲੈਕਟ੍ਰॉन ਹੈ, ਆ ਇਲੈਕਟ੍ਰॉन ਹੈ, सिलिकॉन एटम्स के। अगेन थ्योरी लिखने में कोई टाइम लगता है, डायग्राम ड्रॉ करने थोड़ा टाइम लगता है। तो वीडियो को पॉज करो तो डायग्राम ड्रॉ करो। तो ਹੁਣ ਜਦੋਂ ਆਪਾਂ ਇਸ ਨੂੰ એનર્ਜੀ ਦੇਵਾਂਗੇ, ਠੀਕ ਹੈ, ਜਦੋਂ ਆਪਾਂ ਇਹਨਾਂ ਨੂੰ એનર્ਜੀ ਦੇਵਾਂਗੇ, ਧਿਆਨ ਨਾਲ ਸਮਝਿਓ ਇੱਥੇ, ਉਹੀ ਹੀਟ ਦਿੱਤੀ। ਦ ਮੂਮੈਂਟ ਆਪਾਂ ਨੇ ਇਸ ਨੂੰ ਹੀਟ ਸਪਲਾਈ ਦਿੱਤੀ, ਹੀਟ ਸਪਲਾਈ ਦੇਤੀ ਤਾਂ ਬੌਂਡ ਟੁੱਟ ਗਿਆ। ਜਿਹੜਾ ਬੌਂਡ ਟੁੱਟਿਆ ਉਸਨੇ ਕੀ ਕਰਤਾ, ਉਸਨੇ ਇੱਥੇ ਪਿੱਛੇ ਇੱਕ ਵੇਕੈਂਟ ਸਪੇਸ ਕ੍ਰੀਏਟ ਕਰਤੀ। ਇਲੈਕਟ੍ਰੋਨ ਕੀ ਆ ਗਿਆ, ਇੱਥੇ ਆ ਗਿਆ, ਇਲੈਕਟ੍ਰੋਨ ਟੁੱਟ ਕੇ ਇੱਥੇ ਆ ਗਿਆ। ਜਿਹੜਾ ਆ ਵਾਲਾ ਇਲੈਕਟ੍ਰੋਨ ਉੱਪਰ ਟੁੱਟ ਕੇ ਆਇਆ ਤਾਂ ਪਿੱਛੇ ਕੀ ਬਣ ਗਿਆ, ਹੋਲ, ਤੇ ਇਲੈਕਟ੍ਰੋਨ ਵਿੱਚ ਰਹਿ ਗਿਆ ਬਾਹਰ। ਤਾਂ ਇਲੈਕਟ੍ਰੋਨ ਕੀ ਹੋਗਾ, ਬੌਂਡ ਤੋਂ ਬਾਹਰ ਆ ਗਿਆ, ਸਟਰਕਚਰ ਦੇ ਵਿਚਕਾਰ ਆ ਗਿਆ, ਕ੍ਰਿਸਟਲ ਸਟਰਕਚਰ ਦੇ ਵਿਚਕਾਰ ਆ ਗਿਆ। ਤੇ ਪਿੱਛੇ ਕੀ ਬਚ ਗਿਆ, ਹੋਲ। ਤਾਂ ਇਹ ਕੀ ਆਪਣੇ ਕੋਲ ਫਾਰਮੇਸ਼ਨ ਆਫ ਹੋਲ ਕਿਵੇਂ ਕਰ ਸਕਦੇ ਹਾਂ, ਜਦੋਂ ਆਪਾਂ ਹੀਟ ਕਰਾਂਗੇ ਤਾਂ ਇਲੈਕਟ੍ਰੋਨ ਬੌਂਡਿੰਗ ਸਟੇਟ ਤੋਂ ਬਾਹਰ ਆ ਜਾਊਗਾ, ਤਾਂ ਪਿੱਛੇ ਕੀ ਰਹਿ ਜਾਊਗਾ, ਇੱਕ ਹੋਲ ਰਹਿ ਜਾਊਗਾ। ਸਿੰਪਲ, ਠੀਕ ਹੈ। ਤਾਂ ਆਪਾਂ ਇਹਦੇ ਸਟੇਟਮੈਂਟ ਵੀ ਕੀ ਲਿਖ ਸਕਦੇ ਹਾਂ, when we supply energy to break the bonds, when we supply energy to break the bond, ठीक है, electron comes out of the bond and stay in crystal structure। एक्चुअल च सिलिकॉन का भी क्रिस्टल टाइप ही स्ट्रक्चर होता है, ठीक है, and leaves a hole behind। ਪਿੱਛੇ ਇੱਕ ਹੋਲ ਛੱਡ ਦਿੰਦਾ ਤੇ ਖੁਦ ਕੀ ਹੋ ਜਾਂਦਾ, ਉਹ ਸਟਰਕਚਰ ਦੇ ਵਿਚਕਾਰ ਆ ਜਾਂਦਾ ਤੇ ਪਿੱਛੇ ਹੋਲ ਛੱਡ ਕੇ ਸਟਰਕਚਰ ਦੇ ਵਿਚਕਾਰ ਆ ਜਾਂਦਾ। ਤਾਂ ਇਸ ਨੂੰ ਪੁਆਇੰਟਸ ਦੇ ਅਕੋਰਡਿੰਗ ਸਮਝਾਂਗੇ, ਜਿਸ ਦੇ ਵਿੱਚ ਆਪਣੇ ਕੋਲ ਹੋਲਸ ਦੀ ਪ੍ਰੋਪਰਟੀਜ਼ ਹੋਣਗੀਆਂ। ਤਾਂ ਆਪਣੇ ਕੋਲ ਫਸਟ ਪੁਆਇੰਟ ਬਣਦਾ ਹੈ one hole है कि, how do we define it, it is an empty space, it is an empty space। जे पॉइंट्स करके करोगे याद रखना बड़ा सौखा है, space, एंड जिन्होंने नहीं होया अगेन पॉज करके नोट करो, which is supposed to be created, which is supposed
to be created whenever electron breaks the covalent bond, जो ऊपर लिखे है, breaks the covalent bond, breaks the covalent bond and enters into interstitial space, interstitial space, स्पेलिंग देख लियो कि उन्हें interstitial space है between the atoms, atoms ਦੇ ਵਿਚਕਾਰਲੀ space ਨੂੰ interstitial कहते ਨੇ, ठीक है। A hole is supposed to carry one positive charge. A hole is supposed to carry positive charge. The positive charge कितना है 1.6 10 to the minus 19 coulomb, very positive charge, ठीक है। The hole to carry one positive charge. तो फर्स्ट आपको देखो होल दी डेफिनेशन आ गई, इस पूरा डिफाइन करता हूँ, दो तीन प्रॉपर्टीज हो गया। जे इलेक्ट्रॉन ते नेगेटिव चार्ज है तो होल ते कितना चार्ज है दैट कैरीज अ पॉजिटिव चार्ज। फिर अपने को मोबिलिटी की गल होती है, मोबिलिटी मतलब मूवबिलिटी, कितना मूव करता है, ठीक है। तो इलेक्ट्रॉन ਜਿਹੜਾ फ्री है ਉਹਦੀ मोबिलिटी ज़्यादा होगी एज कंपेयर टू होल। तो मोबिलिटी ऑफ इलेक्ट्रॉन, सेकंड पॉइंट है मोबिलिटी ऑफ फ्री इलेक्ट्रॉन is more than the whole। तो होल नालों मोबिलिटी इलेक्ट्रॉन ਦੀ ज़्यादा होगी, कॉमन सेंस है, ठीक है। होल की ਉੱਥੇ जनरेट ਕੀਤੀ स्पेस है, ਜਦੋਂ ਇਲੈਕਟ੍ਰੋਨ ਧਿਆਨ ਨਾਲ ਦੇਖੋ ਆਹ ਵਾਲਾ ਇਲੈਕਟ੍ਰੋਨ ਇੱਥੇ ਮੂਵ ਕਰੂ ਤਾਂ ਇੱਥੇ ਹੋਲ ਕ੍ਰੀਏਟ ਹੋ ਜੂ, ਇੱਧਰ ਇਲੈਕਟ੍ਰੋਨ ਆ ਜਾਊਗਾ। ਜਦੋਂ ਕੋਈ ਹੋਰ ਇਲੈਕਟ੍ਰੋਨ ਲੈਟਸ ਸੇ ਆਹ ਵਾਲਾ ਇਲੈਕਟ੍ਰੋਨ ਹੈ ਇੱਥੇ ਮੂਵ ਕਰੂਗਾ ਤਾਂ ਹੋਲ ਇਸ ਸਾਈਡ ਆ ਜਾਊਗਾ ਤੇ ਇਲੈਕਟ੍ਰੋਨ ਇਸ ਸਾਈਡ ਆ ਜਾਊਗਾ। ਤਾਂ ਹੋਲ ਦੀ ਮੂਵਮੈਂਟ ਕਦੋਂ ਹੋਊਗੀ ਜਦੋਂ ਇਲੈਕਟ੍ਰੋਨਸ ਆਪਣਾ ਸਪੇਸਿੰਗ ਚੇਂਜ ਕਰਨਗੇ, ਤਾਂ ਆਟੋਮੈਟਿਕਲੀ ਹੋਲ ਨੂੰ ਥੋੜਾ ਟਾਈਮ ਜ਼ਿਆਦਾ ਲੱਗੂਗਾ। करंट सेम होता है, the current due to free electron and hole flow is in same direction। डायरेक्शन क्यों सेम होनी है, जे इलेक्ट्रॉन राइट साइड जा रहा है तो होल लेफ्ट साइड जाऊगा, ठीक है। तो जेडी डायरेक्शन च इलेक्ट्रॉन जाता है करंट ਉਹਦੇ ऑपोजिट जाता है, तो जेडी डायरेक्शन च पॉजिटिव जाता है करंट ਉੱਥੇ ਜਾਂਦਾ ਹੈ, तो होल लेफ्ट ਤੇ ਜਾ ਰਿਹਾ है करंट भी लेफ्ट ਤੇ ਹੋਊਗਾ, इलेक्ट्रॉन राइट ਤੇ ਜਾ ਰਿਹਾ है तो करंट ਕਿੱਥੇ ਹੋ ਜਾਊਗਾ लेफ्ट ਤੇ ਹੋ ਜਾਊਗਾ, ਸਿੰਪਲ। ਤੇ ਪਿਓਰ ਸੈਮੀਕੰਡਕਟਰ ਨੂੰ ਆਪਾਂ ਕਹਿੰਦੇ ਆ ਇੰਟ੍ਰਿੰਸਿਕ ਸੈਮੀਕੰਡਕਟਰ। फोर्थ पॉइंट भी है in a pure semiconductor, in a pure semiconductor number density of free electrons is equal to number density of holes। तो जेडी नंबर डेंसिटी का मतलब होता है क्वांटिटी पर यूनिट वॉल्यूम, जितने नंबर ऑफ इलेक्ट्रॉन्स होंगे उतने ही नंबर ऑफ होल्स होंगे। ऑब्वियसली डायग्राम से देखो जे एक इलेक्ट्रॉन बॉन्ड तोड़ूगा, इंट्रिंसिक कह रहे हैं ਜਿਹਦੇ ਵਿੱਚ ਕੋਈ ਵੀ ਇੰਪਿਉਰਿਟੀ ਐਡ ਨਹੀਂ ਕੀਤੀ ਗਈ, ਠੀਕ ਹੈ। ਜੇ ਇੱਕ ਵੀ ਇਲੈਕਟ੍ਰੋਨ ਬੌਂਡ ਤੋੜੂਗਾ ਤਾਂ ਇੱਕ ਹੀ ਤਾਂ ਹੋਲ ਪ੍ਰੋਡਿਊਸ ਹੋਊ, ਜੇ ਦੋ ਇਲੈਕਟ੍ਰੋਨ ਬੌਂਡ ਨੂੰ ਬ੍ਰੇਕ ਕਰਨਗੇ ਤਾਂ ਦੋ ਹੋਲਸ ਆਪਣੇ ਕੋਲ ਅਵੇਲੇਬਲ ਹੋਣਗੇ। ਮਤਲਬ ਜਿੰਨੇ ਇਲੈਕਟ੍ਰॉन्स ਬਾਹਰ ਨਿਕਲਣਗੇ ਬੌਂਡ ਤੋੜ ਕੇ ਉਨੇ ਹੀ ਆਪਣੇ ਕੋਲ ਹੋਲਸ ਅਵੇਲੇਬਲ ਹੋਣਗੇ ਪਿਓਰ ਸੈਮੀਕੰਡਕਟਰ ਦੇ ਕੇਸ 'ਚ, ठीक है सिंपल। ਹੁਣ डायग्राम ਨੂੰ मैं थोड़ा रिमूव कर दा, फिर ये हो गया फर्स्ट मेथड ऑन द बेसिस ऑफ कोवलेंट स्ट्रक्चर, ਜਿਹਦੇ ਨਾਲ ਆਪਣੇ ਕੋਲ ਹੋਲ ਦੀ स्पेसिफिकेशन आ गया, होल ਦੀ प्रॉपर्टीज कवर हो गया। फिर सेकंड बनता है सेकंड मेथड, नेक्स्ट वी हैव सेकंड मेथड छोटा सा सेकंड मेथड है ऑन द बेसिस ऑफ, मुझे पिछला नोट नहीं हो जाता, पॉज करके नोट कर लो भाई।
basis of energy level diagram. On the basis of energy level diagram. The energy level diagram च की अपने को करना देखो अपने को कंडक्शन बैंड है अपने को वैलेंस बैंड है ਹੁੰਦਾ ਕੀ है forwarding energy क्या है that is less than 3 eV for semiconductor ਦੀ ਹੀ ਗੱਲ ਕਰ ਰਹੇ ਹਾਂ ਤਾਂ ਇਲੈਕਟ੍ਰੋਨ ਇੱਥੇ ਹੁੰਦੇ ਨੇ ਧਿਆਨ ਨਾਲ ਦੇਖੋ ਤਾਂ ਇਸ ਥਿਊਰੀ ਦੇ ਅਕੋਰਡਿੰਗ ਜਦੋਂ ਇੱਕ ਇਲੈਕਟ੍ਰੋਨ ਕੰਡਕਸ਼ਨ ਚ ਜੰਪ ਕਰ ਗਿਆ ਤਾਂ ਪਿੱਛੇ ਕੀ ਕ੍ਰੀਏਟ ਕਰ ਜੂਗਾ ਇੱਕ ਹੋਲ ਤਾਂ ਪਿੱਛੇ ਇੱਕ ਹੋਲ ਬਣ ਜੂਗਾ ਤੇ ਕੰਡਕਸ਼ਨ ਬੈਂਡ ਦੇ ਵਿੱਚ ਇੱਕ ਇਲੈਕਟ੍ਰੋਨ ਚਲਾ ਜੂਗਾ ਤੇ ਇਹ ਕੀ ਬਣ ਜੂ ਹੋਲ ਤੇ ਇਲੈਕਟ੍ਰੋਨ ਖੁਦ ਕਿੱਥੇ ਆ ਗਿਆ ਕੰਡਕਸ਼ਨ ਬੈਂਡ ਦੇ ਵਿੱਚ this is on the basis of energy level diagram ਜਦੋਂ ਇਲੈਕਟ੍ਰੋਨ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਚ ਜੰਪ ਕਰਦਾ ਤੇ ਪਿੱਛੇ ਇੱਕ ਕੀ ਰਹਿ ਜਾਂਦਾ ਇੱਕ ਹੋਲ ਰਹਿ ਜਾਂਦਾ ਬਟ ਇਲੈਕਟ੍ਰੋਨ ਕਰੰਟ ਦੋਨਾਂ ਦਾ ਸੇਮ ਕੰਟਰੀਬਿਊਟ ਹੋਊਗਾ ਜੋ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਕਰ ਰਿਹਾ ਉਹੀ ਕੰਮ ਵੈਲੈਂਸ ਬੈਂਡ ਦੇ ਵਿੱਚ ਹੋਲ ਕਰੂਗਾ ਕਿਉਂਕਿ ਇਲੈਕਟ੍ਰॉन्स रोटेट करते नहीं था कंडक्शन होल्स भी रोटेट करते हैं ठीक है when an electron jumps from valence band to conduction band it leaves a hole behind ठीक है तो दोनों की कंट्रीब्यूशन की होगी सेम होगी both electron in conduction band and hole in valence band contribute to the current contribute to the current ठीक है तो दोनों कंट्रीब्यूट करेंगे करंट के फ्लो ਨੂੰ बट कंडीशन की है क्योंकि इलेक्ट्रॉन तो वैलेंस बैंड च भी है बट ਜਿਹੜੀ ਇਲੈਕਟ੍ਰੋਨ ਕੰਡਕਸ਼ਨ ਬੈਂਡ ਚ ਉਹ ਫ੍ਰੀ ਅਵੇਲੇਬਲ ਹੈ ਮੂਵ ਕਰ ਲਈ ਤਾਂ ਹੀ ਉਹ ਕੰਟਰੀਬਿਊਟ ਕਰਦੇ ਨੇ ਕਰੰਟ ਨੂੰ ਟੂ ਫਲੋ ਇਨ ਦਾ ਸਰਕਟ ਤੇ ਕੰਡਕਸ਼ਨ ਬੈਂਡ ਵਾਲੇ ਕਿਹੜੇ ਹੋ ਜਾਂਦੇ ਹਾਂ ਸੌਰੀ ਵੈਲੈਂਸ ਬੈਂਡ ਚ ਵਿੱਚ ਕੀ ਬਚ ਜਾਂਦਾ ਆਪਣੇ ਕੋਲ ਹੋਲ ਰਹਿ ਜਾਂਦਾ ਜੋ ਅਗੇਨ ਕੰਟਰੀਬਿਊਟ ਕਰਦੇ ਨੇ ਕਰੰਟ ਦੇ ਫਲੋ ਵਾਸਤੇ ਸਿੰਪਲ ਨੈਕਸਟ ਆਪਣੇ ਕੋਲ ਹੈ ਇੰਟ੍ਰਿੰਸਿਕ ਸੈਮੀਕੰਡਕਟਰ ਜਿਹੜੇ ਸੈਮੀਕੰਡਕਟਰ ਪਿਓਰ ਹੁੰਦੇ ਨੇ ਜਿਨ੍ਹਾਂ ਵਿੱਚ ਕੋਈ ਇੰਪਿਓਰਿਟੀ ਨਹੀਂ ਹੁੰਦੀ ਉਹਨਾਂ ਨੂੰ ਆਪਾਂ ਕਹਿੰਦੇ ਆ ਇੰਟ੍ਰਿੰਸਿਕ ਸੈਮੀਕੰਡਕਟਰਸ ठीक है थ्योरी पॉइंट्स पहले भी डिस्कस कर the semiconductor which doesn't contain any impurity which doesn't contain any impurity atoms is called intrinsic semiconductor simple ठीक है here number density of electron की देख लो जो भी मतलब free electron की देख लो जो number density of holes number density of free electrons is equal to number density of holes ठीक है तो जितनी फ्री इलेक्ट्रॉन की नंबर डेंसिटी उतनी होल्स की होगी इज इक्वल टू नंबर डेंसिटी ऑफ इंट्रिंसिक करंट चार्जेस चार्ज कैरियर्स कह सकते हो ठीक है एन ई की है नंबर डेंसिटी ऑफ फ्री इलेक्ट्रॉन्स एन एच की है नंबर डेंसिटी ऑफ होल्स बट एन आई की है अपने को दोनों ਨੂੰ ਆਪਾਂ ਕੀ ਕਹਿੰਦੇ ਆ इंट्रिंसिक चार्ज कैरियर्स so we can write it number density of intrinsic charge carriers तेरी वैल्यू कितनी घट होती है जो अपने को इंट्रिंसिक चार्ज कैरियर्स की कंडक्टिविटी होती है ना घट होती है इंट्रिंसिक रीजन की है क्योंकि उन्हें क्वांटिटी ऑफ फ्री इलेक्ट्रॉन ਤੇ ਹੋਲਸ ਘੱਟ ਹੁੰਦੀ ਹੈ ਓਵਰਆਲ ਕੁਆਂਟੀਟੀ ਠੀਕ ਹੈ ਇੱਕ ਹੋ ਜੂਗਾ ਜਿਸ ਤੋਂ ਆਪਾਂ ਇੰਪਿਓਰਿਟੀ ਐਡ ਕਰਾਂਗੇ ਨੈਕਸਟ ਵਾਲਾ ਪੁਆਇੰਟ ਆਪਾਂ ਇੰਪਿਓਰਿਟੀ ਐਡ ਕਰਾਵਾਂਗੇ ਉਹਦੀ ਕੰਡਕਟਿਵਿਟੀ ਬਹੁਤ ਵੱਧ ਜਾਂਦੀ ਹੈ
पॉइंट की बनूगा करंट इन इंट्रिंसिक सेमीकंडक्टर इज ऑलवेज लेस करंट इन इंट्रिंसिक सेमीकंडक्टर इज वेरी लेस। तो करंट की है इंट्रिंसिक सेमीकंडक्टर में काफी घट है। ठीक है, लास्ट डेफिनेशन भी है आज दी, दैट इज डोपिंग। ਤਾਂ ਇੰਪਿਉਰਿਟੀ ਨੂੰ ਐਡ ਕਰਨ ਦੇ ਮੈਥਡ ਨੂੰ ਆਪਾਂ ਕੀ ਕਹਿੰਦੇ ਆ, ਡੋਪਿੰਗ। ਸੈਮੀਕੰਡਕਟਰ ਵਿੱਚ, ਪਿਓਰ ਸੈਮੀਕੰਡਕਟਰ ਵਿੱਚ ਇੰਪਿਉਰਿਟੀ ਐਡ ਕਰਨੀ ਉਸ ਦੀ ਕੰਡਕਟਿਵਿਟੀ ਵਧਾਉਣ ਵਾਸਤੇ, ਤਾਂ ਉਸ ਮੈਥਡ ਨੂੰ ਵੀ ਕਹਾਂਗੇ ਆਪਾਂ ਡੋਪਿੰਗ। the process of adding desirable impurity to a semiconductor to modify its properties in the desired manner is called doping। ठीक है, डिजायर्ड मैनर ਦੇ ਵਿੱਚ ਚੇਂਜ ਕਰਨ ਨੂੰ ਕਹਾਂਗੇ ਆਪਾਂ ਡੋਪਿੰਗ ਕਹਾਂਗੇ। ਤੇ ਜਿਹੜਾ ਮਟੀਰੀਅਲ ਐਡ ਕੀਤਾ ਜਾਂਦਾ ਉਸ ਨੂੰ ਕਹਿੰਦੇ ਆ ਡੋਪੈਂਟ। the material added is called dopant। ठीक है, तो ਜਿਹੜੇ ਮਟੀਰੀਅਲ ਨੂੰ ਆਪਾਂ ਐਡ ਕਰਦੇ ਉਸ ਨੂੰ ਕਹਿੰਦੇ ਡੋਪੈਂਟ। ਤੇ ਪ੍ਰੋਸੈਸ ਨੂੰ ਕੀ ਕਹਾਂਗੇ ਆਪਾਂ ਡੋਪਿੰਗ। ਡੋਪਿੰਗ ਕਿਤੇ ਯੂਜ਼ ਹੁੰਦਾ ਹੈਗਾ, ਜਿਹੜੇ ਆਪਣੇ ਪਲੇਅਰਸ ਵਗੈਰਾ ਇਲੀਗਲ ਕੰਮ ਕਰਦੇ ਨੇ ਉਹਨਾਂ 'ਚ ਡੋਪਿੰਗ ਯੂਜ਼ ਹੁੰਦੀ ਹੈ। ਮਤਲਬ ਉਹ ਕੀ ਕਰਦੇ ਨੇ, ਆਪਣੀ ਬੋਡੀ ਦੇ ਬਲੱਡ ਨੂੰ ਕੱਢ ਕੇ ਰੱਖ ਲੈਂਦੇ ਨੇ, ਉਸ ਤੋਂ ਬਾਅਦ ਜਦੋਂ ਉਹਨਾਂ ਨੇ ਖੇਡਣਾ ਹੁੰਦਾ ਉਸ ਮੂਵਮੈਂਟ ਤੇ ਇੰਜੈਕਸ਼ਨਸ ਨਾਲ ਉਸ ਬਲੱਡ ਨੂੰ ਆਪਣੇ ਬੋਡੀ ਦੇ ਅੰਦਰ ਇੰਜੈਕਟ ਕਰਦੇ ਨੇ, ਜਿਸ ਨਾਲ ਕੁਆਂਟਿਟੀ ਆਫ ਬਲੱਡ ਇਨ ਦਾ ਬੋਡੀ ਇੰਕਰੀਜ਼ਸ। ਜੇ ਕੁਆਂਟਿਟੀ ਇੰਕਰੀਜ਼ ਕਰਦੀ ਹੈ ਤਾਂ ਉਹਨਾਂ ਦਾ ਸਟੈਮਿਨਾ ਵੱਧ ਜਾਂਦਾ ਹੈ, ਠੀਕ ਹੈ, ਉਹਨਾਂ 'ਚ એનર્ਜੀ ਵੱਧ ਜਾਂਦੀ ਹੈ। ਇਟ ਇਜ਼ ਕਾਈਂਡ ਆਫ ਡਰਗ that is illegal, but ਆਪਾਂ ਡੋਪਿੰਗ ਕਰਦੇ ਸੈਮੀਕੰਡਕਟਰ ਵਿੱਚ ਸੋ ਦੈਟ ਉਸਦੀ ਪ੍ਰੋਪਰਟੀਜ਼ ਨੂੰ ਚੇਂਜ ਕਰ ਸਕੀਏ, ਉਸਦੀ ਕੰਡਕਟਿਵਿਟੀ ਨੂੰ ਜ਼ਿਆਦਾ ਟਾਈਮ ਤੱਕ ਕੰਟਰੋਲ ਕਰ ਸਕੀਏ। ਠੀਕ ਹੈ, ਤਾਂ ਹੁਣ ਇਸ ਦਾ ਵੀਡੀਓ ਪੌਜ਼ ਕਰਕੇ ਨੋਟ ਕਰ ਲਓ, ਬਾਕੀ ਆਪਾਂ ਕੱਲ੍ਹ ਡਿਸਕਸ ਕਰ ਲਾਂਗੇ।